ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਰਾਹੁਲ ਗਾਂਧੀ ਨੂੰ, ਕਹਿੰਦੇ ਭਰਮ ਦੇ ਵਿੱਚ ਨਾ ਰਹੋ, ਬੀਜੇਪੀ ਦਹਾਕਿਆਂ ਤੱਕ ਜਿਹੜੀ ਬਰਕਰਾਰ ਨਹੀਂ ਰਹੂਗੀ। ਜੀ ਢਿੱਲੋਂ ਸਾਹਿਬ। ਬਿਲਕੁਲ ਚੰਦੀ ਸਾਹਿਬ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀ ਸਿਆਸਤ ਜਿਹੜੀ ਹੈਗੀ ਹੈ, ਸਿਆਸਤ ਵੀ ਸਾਡੀ ਉਹੋ ਜਿਹੀ ਹੋਗੀ ਜਿਹੋ ਜਿਹੇ ਲੋਕ ਹੋ ਗਏ ਜੀ। ਕੋਈ ਜ਼ਮਾਨਾ ਹੁੰਦਾ ਸੀ ਜਿਸ ਜ਼ਮਾਨੇ ਦੇ ਵਿੱਚ ਸਿਆਸਤ ਦੀ ਧਾਰਾ ਨੂੰ ਮੋੜਨ ਵਾਸਤੇ ਲੋਕਾਂ ਨੂੰ ਜਦੋਜਹਿਦ ਸੰਘਰਸ਼ ਕਰਨੇ ਪੈਂਦੇ ਸੀ। ਤੁਸੀਂ ਜਦੋਂ ਭਾਰਤ ਦੀ ਗੁਲਾਮੀ ਦੀ ਗੱਲ ਕਰਦੇ ਹੋ ਤੇ ਭਾਰਤ ਦੀ ਗੁਲਾਮੀ ਦਾ ਅਸੀਂ ਦੇਖੀਏ ਮੁਕੰਮਲ ਤੌਰ ਦੇ ਉੱਤੇ 1947 ਚ ਅਸੀਂ ਆਜ਼ਾਦ ਹੁੰਦੇ ਹਾਂ। ਉਹ ਤੋਂ ਪਹਿਲਾਂ ਮੁਗਲਾਂ ਦਾ ਰਾਜ ਵੀ ਰਿਹਾ, ਫਿਰ ਅੰਗਰੇਜ਼ਾਂ ਦਾ ਰਾਜ ਵੀ ਰਿਹਾ। ਅੰਗਰੇਜ਼ਾਂ ਦਾ ਰਾਜ ਪੰਜਾਬ ਦੇ ਵਿੱਚ ਭਾਵੇਂ 100 ਸਾਲ ਰਿਹਾ, ਉਹਦਾ ਇੱਕ ਕਾਰਨ ਇਹ ਸੀ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ, ਜਿਹੜਾ ਅਸਲ ਪੰਜਾਬ ਹੁੰਦਾ ਸੀ। ਦੂਜਾ ਰਾਜ ਉਹ ਹੁੰਦਾ ਸੀ ਜਿੱਥੇ ਦੇਸੀ ਰਿਆਸਤਾਂ ਹੁੰਦੀਆਂ ਸੀ, ਰਾਜੇ ਹੁੰਦੇ ਸੀ, ਜਿਵੇਂ ਫਰੀਦਕੋਟ ਦਾ ਰਾਜਾ ਹੋ ਗਿਆ, ਪਟਿਆਲੇ ਦਾ ਰਾਜਾ ਹੋ ਗਿਆ, ਕਪੂਰਥਲਾ ਦਾ ਹੋ ਗਿਆ, ਜੀਂਦ ਦਾ ਹੋ ਗਿਆ, ਬਿਲਾਸਪੁਰ ਦਾ ਹੋ ਗਿਆ। ਇਸ ਤਰ੍ਹਾਂ ਉਹਨਾਂ ਨੂੰ ਨਾ ਤਾਂ ਕਾਂਗਰਸ ਪਾਰਟੀ ਨੇ ਛੇੜਿਆ ਸੀ ਉਹਨਾਂ ਰਾਜਿਆਂ ਨੂੰ, ਉੱਥੇ ਕਾਂਗਰਸ ਪਾਰਟੀ ਨੇ ਕੋਈ ਆਪਣੀਆਂ ਸਰਗਰਮੀਆਂ ਕੀਤੀਆਂ ਸੀ, ਕਿਉਂਕਿ ਕਾਂਗਰਸ ਪਾਰਟੀ ਇਹ ਸਮਝਦੀ ਸੀ ਕਿ ਇਹ ਸਾਡੇ ਦੇਸੀ ਲੋਕ ਹੈ। ਤੇ ਅੰਗਰੇਜ਼ਾਂ ਦੀ ਉਹਨਾਂ ਨੇ ਅਧੀਨਗੀ ਮੰਨ ਲਈ ਸੀ ਕਿ ਮਾਈ ਬਾਪ ਜਿਵੇਂ ਕਹੋਗੇ ਉਵੇਂ ਕਰਾਂਗੇ, ਜੋ ਕਹੀ ਜਾਓਗੇ ਉਵੇਂ ਕਰਾਂਗੇ, ਸਾਨੂੰ ਰਾਜ ਭਾਗ ਕਰਦੇ ਰਹਿਣ ਦਿਓ। ਉਹ ਬੈਠੇ ਸੀ ਵੀ ਚਲੋ ਤੁਸੀਂ ਆਪਣੀ ਯਾਸ਼ੀ ਕਰੀ ਚਲੋ, ਤੁਹਾਨੂੰ ਕਿਸੇ ਨੇ ਕੀ ਕਹਿਣਾ। ਸੋ ਜੇ ਅਸੀਂ ਦੇਖੀਏ 1885 ਚ ਕਾਂਗਰਸ ਪਾਰਟੀ ਬਣਦੀ ਹੈ। ਕਾਂਗਰਸ ਪਾਰਟੀ ਉਦੋਂ ਇੱਕ ਸੁਧਾਰਕ ਪਾਰਟੀ ਸੀ, ਕਾਂਗਰਸ ਪਾਰਟੀ ਆਜ਼ਾਦੀ ਦੀ ਲੜਾਈ ਵਾਲੀ ਪਾਰਟੀ ਨਹੀਂ ਸੀ। 1885 ਤੋਂ ਲੈ ਕੇ 1930 ਤੱਕ ਕਾਂਗਰਸ ਪਾਰਟੀ ਨੇ ਸੰਪੂਰਨ ਆਜ਼ਾਦੀ ਦਾ ਨਾਰਾ ਨਹੀਂ ਸੀ ਲਾਇਆ, ਮੁਕੰਮਲ ਆਜ਼ਾਦੀ ਦਾ ਨਾਰਾ ਨਹੀਂ ਸੀ ਲਾਇਆ। ਲੇਕਿਨ ਆਜ਼ਾਦੀ ਦਾ ਨਾਰਾ ਲੱਗਿਆ ਕਦੋਂ ਸੀ? ਉਹ ਤੋਂ ਪਹਿਲਾਂ 1930 ਤੋਂ ਕਿਤੋਂ ਪਹਿਲਾਂ, ਜਦੋਂ ਵਿਦੇਸ਼ਾਂ ਦੇ ਵਿੱਚ ਖਾਸ ਕਰ ਅਮਰੀਕਾ, ਕੈਨੇਡਾ, ਇੰਗਲੈਂਡ ਜਿਹੜੇ ਇਹ ਦੇਸ਼ ਹੈ, ਇੱਥੇ ਕੰਮ ਕਰਨ ਵਾਲੇ ਸਾਡੇ ਬਜ਼ੁਰਗ ਜਿਹੜੇ ਬੇਰੁਜ਼ਗਾਰੀ ਦੇ ਭੰਨੇ ਹੋਏ, ਮਾਰੇ ਹੋਏ, ਕਿਉਂਕਿ ਉਦੋਂ ਅਸੀਂ ਜੋ ਅੰਗਰੇਜ਼ਾਂ ਦੇ ਗੁਲਾਮ ਸੀ, ਇੱਕੋ ਸਾਡਾ ਸੀ, ਇੱਕੋ ਸਾਮਰਾਜ ਦੇ ਥੱਲੇ ਰਹਿੰਦੇ ਸੀ, ਪਾਸਪੋਰਟ ਦੀ ਲੋੜ ਨਹੀਂ ਹੁੰਦੀ ਸੀ, ਲੋਕ ਜਹਾਜ਼ਾਂ ਚ ਸਮੁੰਦਰੀ ਜਹਾਜ਼ਾਂ ਚੜ੍ਹਦੇ ਚੱਲ ਜਾਂਦੇ, ਅੱਜ ਵਾਲੀ ਗੱਲ ਨਹੀਂ ਹੁੰਦੀ ਸੀ, ਵੀਜ਼ੇ ਦੀ ਲੋੜ ਨਹੀਂ ਹੁੰਦੀ ਸੀ। ਇੱਕੋ ਹੀ ਮੁਲਕ ਸੀਗਾ ਇੱਕ ਕਿਸਮ ਦਾ, ਤੇ ਉੱਥੇ ਅਸੀਂ ਜਾ ਸਕਦੇ ਸੀ, ਦਿਹਾੜੀ ਮਜ਼ਦੂਰੀ ਕਰਦੇ ਸੀ। ਲੇਕਿਨ ਉੱਥੋਂ ਜਦੋਂ ਸਾਡੇ ਬੰਦਿਆਂ ਦੇ ਨਾਲ ਗੋਰਿਆਂ ਨੇ ਬਹੁਤ ਮਾੜਾ ਵਰਤਾਓ ਕੀਤਾ, ਉਹਨਾਂ ਨੂੰ ਅਹਿਸਾਸ ਹੋਇਆ ਕਿ ਸਾਡੇ ਨਾਲ ਇਹ ਮਾੜਾ ਵਰਤਾਓ ਇਸ ਕਰਕੇ ਹੋ ਰਿਹਾ ਕਿਉਂਕਿ ਅਸੀਂ ਗੁਲਾਮ ਆ। ਇਹਨਾਂ ਦੀ ਇੱਥੇ ਆ ਕੇ ਗੁਲਾਮੀ ਕਰਨ ਦੇ ਨਾਲੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਿਉਂ ਨਾ ਕਰਵਾਈਏ। ਸੋ ਗਦਰ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਨਾਰਾ ਵਿਦੇਸ਼ਾਂ ਚੋਂ ਦਿੱਤਾ ਸੀ, ਤੇ ਗਦਰ ਪਾਰਟੀ ਦੇ ਕਾਰਕੁਨ, ਗਦਰ ਪਾਰਟੀ ਦੇ ਲੀਡਰ ਵਰਕਰ ਜਦੋਂ ਪੰਜਾਬ ਇੰਡੀਆ ਦੇ ਵਿੱਚ ਆਏ, ਉਹਨਾਂ ਨੇ ਆ ਕੇ ਇੱਕ ਜਦੋਜਹਿਦ ਸ਼ੁਰੂ ਕੀਤੀ, ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। ਉਹਨੇ ਚੂੜਾ ਹਿਲਾਤੀਆਂ ਸੀ ਅੰਗਰੇਜ਼ੀ ਸਾਮਰਾਜ ਦੀਆਂ, ਔਰ ਫਿਰ ਕਾਂਗਰਸ ਪਾਰਟੀ ਨੂੰ ਵੀ ਮਜਬੂਰ ਹੋਣਾ ਪਿਆ ਸੀ ਕਿ ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸੰਪੂਰਨ ਆਜ਼ਾਦੀ ਦਾ ਨਾਰਾ ਦੇਈਏ। ਬਾਅਦ ਦੇ ਵਿੱਚ ਤੁਹਾਨੂੰ ਪਤਾ ਲੋਕ ਤਿਆਰ ਹੋ ਰਹੇ ਸੀ, ਲੋਕ ਭੰਨੇ ਪਏ ਸੀ, ਲੋਕਾਂ ਨੇ ਬਹੁਤ ਵੱਡੇ ਵੱਡੇ ਜਲਸੇ, ਜਲੂਸ, ਮੁਜ਼ਾਹਰੇ, ਕਦੇ ਨਾ ਮਿਲਵਰਤਨ ਲਹਿਰ ਸ਼ੁਰੂ ਹੋ ਗਈ, ਕਦੇ ਸਾਈਮਨ ਕਮਿਸ਼ਨ ਗੋ ਬੈਕ, ਬੜਾ ਕੁਛ ਹੁੰਦਾ ਰਿਹਾ। ਔਰ ਅਲਟੀਮੇਟਲੀ 1947 ਦੇ ਵਿੱਚ ਭਾਰਤ ਆਜ਼ਾਦ ਹੋ ਗਿਆ। ਭਾਰਤ ਆਜ਼ਾਦ ਹੁੰਦਾ ਹੈ, ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲਿਆ ਸੀ, ਉਹਨਾਂ ਲੋਕਾਂ ਨੂੰ ਦੇਸ਼ ਨਾਲ ਦਰਦ ਸੀ। ਤਾਜ਼ਾ ਮੁਲਕ ਆਜ਼ਾਦ ਹੋਇਆ ਸੀ। ਮੈਨੂੰ ਬੜੀ ਹੈਰਾਨੀ ਹੋਈ ਆ, ਪਿਛਲੇ ਦਿਨਾਂ ਦੇ ਵਿੱਚ ਇੱਕ ਖਾਣੇ ਤੇ ਇਕੱਠੇ ਹੋ ਗਏ ਤੇ ਇੱਕ ਵੱਡੇ ਲੀਡਰ ਨੇ, ਬੜੇ ਮਤਲਬ ਪੰਜਾਬ ਦੀ ਵਜ਼ਾਰਤ ਦੇ ਵਿੱਚ ਉਹ ਬਹੁਤ ਵੱਡਾ ਲੀਡਰ ਹੈ, ਬੜਾ ਵੱਡਾ ਉਹਦਾ ਮੁਕਾਮ ਆ, ਦੂਜਾ ਤੀਜਾ ਥਾਂ ਹੈ, ਸਾਡੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ। ਤੇ ਉਹ ਹੱਸ ਕੇ ਕਹਿੰਦੇ, ਜਦੋਂ ਚਰਨਜੀਤ ਚੰਨੀ ਦੀ ਗੱਲ ਚੱਲੀ, ਕਹਿੰਦੇ ਯਾਰ ਦੇਖੋ ਇਹ ਪਹਿਲਾ ਮੁੱਖ ਮੰਤਰੀ ਹੈ ਪੰਜਾਬ ਦਾ ਜਿਹੜਾ ਆਜ਼ਾਦੀ ਤੋਂ ਬਾਅਦ ਪੈਦਾ ਹੋਇਆ, ਬਾਕੀ ਆਜ਼ਾਦੀ ਤੋਂ ਪਹਿਲਾਂ ਪੈਦਾ ਹੋਏ ਸੀ। ਜਿਨ੍ਹਾਂ ਲੋਕਾਂ ਨੇ ਆਜ਼ਾਦੀ ਤੋਂ ਪਹਿਲਾਂ ਪੈਦਾ ਹੋਏ ਸੀ, ਉਹਨਾਂ ਨੇ ਉਹ ਹਾਲਾਤ ਦੇਖੇ ਸੀ, ਉਹਨਾਂ ਦੇ ਵਿੱਚ ਕੋਈ ਮਾੜਾ ਮੋਟਾ ਦਰਦ ਸੀ, ਉਹ ਕੁਛ ਕਰਦੇ ਸੀ। ਲੇਕਿਨ ਹੌਲੀ ਹੌਲੀ ਜਿਵੇਂ ਜਿਵੇਂ ਵਿੱਦਿਆ ਦਾ ਵਿਕਾਸ ਹੁੰਦਾ ਗਿਆ, ਚਾਨਣ ਹੁੰਦਾ ਗਿਆ, ਤੇ ਕਰਦੇ ਕਰਾਉਂਦੇ ਹੁਣ ਹਾਲਤ ਕਿੱਥੇ ਪਹੁੰਚ ਗਈ। ਹੁਣ ਅਸੀਂ ਜਿਹੜੇ ਹੈਗੇ ਆ, ਜਿਹੜੇ ਆਪਣੇ ਕੀ ਕਹਿੰਦੇ ਗੂਗਲ ਦੇ ਵਿਦਵਾਨ ਪੈਦਾ ਕਰ ਲਏ, ਜਿਹੜੇ ਗੂਗਲ ਦੇ ਵਿਦਵਾਨ ਆ, ਗੂਗਲ ਦੇ ਵਿਦਵਾਨ ਬੈਠ ਕੇ ਸਾਰਾ ਕੁਛ ਕਰਦੇ ਆ, ਔਰ ਉਹੀ ਕੁਛ ਭਾਰਤ ਦੀ ਸਿਆਸਤ ਦਾ ਹੋ ਗਿਆ। ਅੱਜ ਤੁਸੀਂ ਦੇਖੋ, ਕੋਈ ਜ਼ਮਾਨਾ ਹੁੰਦਾ ਸੀ ਜਦੋਂ ਲੋਕ ਨੌਕਰੀਆਂ ਕਰਦੇ ਹੁੰਦੇ ਸੀ, ਜਾਂ ਪ੍ਰਾਈਵੇਟ ਨੌਕਰੀਆਂ ਹੁੰਦੀਆਂ ਸੀ ਜਾਂ ਸਰਕਾਰੀ ਹੁੰਦੀਆਂ ਸੀ, ਇੱਕ ਨਵਾਂ ਸ਼ਬਦ ਆ ਗਿਆ ਆਊਟਸੋਰਸਿੰਗ, ਕਿ ਕਿਸੇ ਠੇਕੇਦਾਰ ਨੂੰ ਠੇਕਾ ਦੇ ਦਿਓ, ਉਹਨੂੰ ਮੋਟੇ ਪੈਸੇ ਦੇ ਦਿਓ, ਉਹ ਲੋਕਾਂ ਦੀ ਲੁੱਟ ਖਸੁੱਟ ਕਰਕੇ ਥੋੜੇ ਥੋੜੇ ਪੈਸੇ ਦੇ ਕੇ ਤੁਹਾਨੂੰ ਇੰਨੇ ਕੁ ਮਜ਼ਦੂਰ ਜਾਂ ਇੰਨੇ ਕੁ ਮੁਲਾਜ਼ਮ ਦੇ ਦੇਵੇ, ਜਿਹੜੇ ਰੋਟੀ ਖਾਂਦੇ ਰਹਿਣ, ਜਿਉਂਦੇ ਰਹਿਣ, ਪਰ ਉਹਨਾਂ ਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਾ ਹੋਣ, ਕਿਸ ਕੇ ਉੱਥੇ ਤੁਹਾਡੇ ਕੋਲ ਕੰਮ ਵੀ ਕਰਲਾਉਂਦੇ ਰਹਿਣ। ਉਹਨਾਂ ਦੇ ਵਿੱਚ ਜਦੋਜਹਿਦ ਦੀ ਗੱਲ ਹੈ ਨਹੀਂ। ਸੇਮ ਗੱਲ ਜੇ ਆਪਾਂ ਸਿਆਸਤ ਦੀ ਕਰੀਏ, ਕਿਸੇ ਜ਼ਮਾਨੇ 'ਚ ਟੱਪੜ ਵਿਛਾਉਣ ਵਾਲੇ, ਦਰੀਆਂ ਵਿਛਾਉਣ ਵਾਲੇ ਥੱਲੇ ਤੋਂ ਚੱਲਦੇ ਹੁੰਦੇ ਸੀ ਵਰਕਰ। ਤੁਸੀਂ ਆਪਣੇ ਭਾਈਚਾਰੇ ਦੀ ਗੱਲ ਕੀਤੀ ਹੈ, ਸਾਡੇ ਆਪਣੇ ਵਿਰਸੇ ਦੀ ਗੱਲ ਕੀਤੀ ਹੈ। ਮੇਰੇ ਯਾਦ ਆ ਸਮਾਂ, ਮੈਂ ਛੋਟਾ ਹੁੰਦਾ ਸੀ
ਜਦੋਂ ਠਿਆਨੀ ਮੈਂਬਰਸ਼ਿਪ ਹੁੰਦੀ ਸੀ ਅਕਾਲੀ ਦਲ ਦੀ, ਗਲੀਆਂ ਦੇ ਵਿੱਚ ਜਾ ਕੇ ਅਕਾਲੀ ਵਰਕਰ ਜਿਹੜੇ ਆ ਉਹ ਅਕਾਲੀ ਦਲ ਦੀ ਮੈਂਬਰਸ਼ਿਪ ਕਰਦੇ ਹੁੰਦੇ ਸੀ, ਡੈਲੀਗੇਟ ਚੁਣੇ ਜਾਂਦੇ ਸੀ, ਫਿਰ ਚੋਣਾਂ ਹੁੰਦੀਆਂ ਸੀ। ਇਹੀ ਸਥਿਤੀ ਕਾਂਗਰਸ ਪਾਰਟੀ ਦੀ ਸੀ, ਕਾਮਰੇਡਾਂ ਦੀ ਵੀ ਹਾਲਤ ਇਹੀ ਹੁੰਦੀ ਸੀ। RSS ਦੀ ਤਾਂ ਅੱਜ ਵੀ ਉਹੀ ਹੈ, ਉਸੇ ਤਰੀਕੇ ਨਾਲ ਉਹ ਕਰ ਰਹੇ ਹੈ। ਪਰ ਅਖੀਰ ਅਲਟੀਮੇਟਲੀ ਹੁੰਦਾ ਕੀ ਹੋਣ ਲੱਗ ਗਿਆ ਕਿ ਜਿਹੜੇ ਹੈਗੇ ਹੈ ਪਰਿਵਾਰਾਂ ਦੇ ਵਿੱਚ ਸਿਆਸਤ ਬਣ ਗਈ, ਸਾਰਾ ਕੁਝ ਬਣ ਗਿਆ। ਤੇ ਹੁਣ ਪਰਿਵਾਰਾਂ ਨੇ ਸਿਆਸਤ ਚਲਾਉਣੀ ਕਿਵੇਂ, ਉਹਦੇ ਵਾਸਤੇ ਫਿਰ ਸਿਆਸਤ ਵੀ ਆਊਟਸੋਰਸਸ ਤੇ ਨਿਰਭਰ ਹੋਊਗੀ। ਹੁਣ ਤੁਸੀਂ ਦੇਖੋ ਇਸ ਵੇਲੇ ਪੰਜਾਬ 'ਚ ਇਲੈਕਸ਼ਨ ਹੋ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਪਹਿਲਾਂ ਪੰਜਾਬ ਦੇ ਵਿੱਚ ਪਿਛਲੀ ਵਾਰੀ 2017 ਚ ਕੈਪਟਨ ਅਮਰਿੰਦਰ ਸਿੰਘ ਦਾ ਸਟ੍ਰੈਟੇਜਿਕ ਸਲਾਹਕਾਰ ਹੁੰਦਾ ਸੀ, ਉਦੋਂ ਇਹਨੇ ਸਟ੍ਰੈਟਜੀ ਬਣਾਈ, ਉਹਦੇ ਆਧਾਰ ਦੇ ਉੱਤੇ ਚੋਣਾਂ ਜਿੱਤ ਗਈ। ਐਤਕੀ ਫੇਰ ਬੈਠਾ ਸੀ, ਦੇਖਿਆ ਕਿ ਹਾਲਾਤ ਮਾੜੇ ਹੈ ਔਰ ਨਾਲ ਦੀ ਨਾਲ ਉਹਨੇ ਆਪਣੀ ਸਫ ਬਲੇਤੀ ਤੇ ਚਲਾ ਗਿਆ। ਇਹ ਤੋਂ ਪਹਿਲਾਂ ਉਹਦੇ ਕੋਲ ਤਜਰਬਾ ਯੂਪੀ ਦਾ ਸੀ, ਯੂਪੀ ਦੇ ਵਿੱਚ ਵੀ ਉਹ ਕਾਂਗਰਸ ਪਾਰਟੀ ਦਾ ਸਟ੍ਰੈਟੇਜਿਸਟ ਰਿਹਾ ਸੀ, ਲੇਕਿਨ ਯੂਪੀ ਦੇ ਵਿੱਚ ਜਿਸ ਢੰਗ ਦੇ ਨਾਲ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਉੱਥੇ ਲੂਜ਼ ਕੀਤੀ ਹੈ, ਉਹਦਾ ਕਰਕੇ ਫਿਰ ਉਹ ਥੋੜਾ ਜਿਹਾ ਪਿਛਾਂਹ ਹੋ ਗਿਆ ਸੀ। ਇਹ ਤੋਂ ਪਹਿਲਾਂ ਜੇ ਆਪਾਂ ਦੇਖੀਏ, ਕਦੇ ਉਹ ਨਰਿੰਦਰ ਮੋਦੀ ਦਾ ਸਲਾਹਕਾਰ ਸੀ, ਕਦੇ ਉਹ ਨਤੀਸ਼ ਕੁਮਾਰ ਦਾ ਸਲਾਹਕਾਰ ਸੀ, ਕਦੇ ਉਹ ਆਂਧਰਾ ਪ੍ਰਦੇਸ਼ ਵਾਲੇ ਜਗਨ ਮੋਹਨ ਰੈਡੀ ਦਾ ਸੀ, ਕਦੇ ਉਹ ਤਾਮਿਲਨਾਡੂ ਵਾਲੇ ਆਪਣੇ MK ਸਟਾਲਿਨ ਦਾ ਸੀ। ਇਹਨਾਂ ਸਾਰਿਆਂ ਥਾਵਾਂ ਤੇ ਉਹ ਜਿੱਤਦਾ ਰਿਹਾ। ਅੱਜ ਜੇ ਪੰਜਾਬ ਦੇ ਵਿੱਚ ਅਸੀਂ ਦੇਖੀਏ ਤਾਂ ਕੋਨੂ ਗੋਲੂ ਨਾਂ ਦਾ ਇੱਕ ਬੰਦਾ, ਉਹ ਅਕਾਲੀ ਦਲ ਦਾ ਸਲਾਹਕਾਰ ਬਣਿਆ ਹੋਇਆ। ਕਿੱਥੇ ਤਾਂ ਸਲਾਹਾਂ ਕਰਨੀਆਂ ਵੱਡੇ ਲੀਡਰਾਂ ਨੇ ਬੈਠ ਕੇ ਕਿ ਕਿਹੋ ਜਿਹੇ ਹਾਲਾਤ ਹੈ ਤੇ ਉਹਦੇ ਮੁਤਾਬਕ, ਕਿ ਜਦੋਂ ਅਸੀਂ ਸਾਰਾ ਕੁਝ ਹੀ ਆਊਟਸੋਰਸ ਕਰਤਾ, ਸਾਰਾ ਕੁਝ ਹੀ ਕਹਿਤਾ ਲਓ ਜੀ ਕਿਰਾਏ ਦੇ ਬੰਦੇ ਸਾਰਾ ਕੁਝ ਕਰ ਦੇਣ, ਉਹ ਸਥਿਤੀ ਫਿਰ ਭਾਰਤ ਦੀ ਸਿਆਸਤ ਦੇ ਉੱਤੇ ਉਹੀ ਹੋਣੀ ਹੈ। ਕੱਲ ਗੋਆ ਦੇ ਵਿੱਚ ਸੀ, ਜਿਹੜਾ ਕੱਲ ਪਰਸੋਂ ਬੁੱਧਵਾਰ ਨੂੰ ਮਿਸਟਰ ਪ੍ਰਸ਼ਾਂਤ ਕਿਸ਼ੋਰ ਗੋਆ ਦੇ ਵਿੱਚ ਗਿਆ। ਕਾਹਦੇ ਵਾਸਤੇ ਸੀ ਗੋਆ ਚ ਗਿਆ? ਉਹ ਮਮਤਾ ਬੈਨਰਜੀ ਦੀ ਪਾਰਟੀ ਦੇ ਲਈ ਕੰਪੇਨ ਕਰਨ ਵਾਸਤੇ। ਮਮਤਾ ਬੈਨਰਜੀ ਬੰਗਾਲ ਚੋਂ ਨਿਕਲ ਕੇ ਤ੍ਰਿਪੁਰਾ ਦੇ ਵਿੱਚ ਵੀ ਜਾ ਰਹੀ ਹੈ, ਉੱਥੇ ਵੀ ਉਹਦਾ ਸਟ੍ਰੈਟੇਜਿਸਟ ਪ੍ਰਸ਼ਾਂਤ ਕਿਸ਼ੋਰ ਹੈ। ਉਹ ਗੋਆ ਦੇ ਵਿੱਚ ਵੀ ਹੁਣ ਇਸ ਵੇਲੇ ਆਪਣੀ ਕਿਸਮਤ ਅਜਮਾ ਰਹੀ ਹੈ। ਔਰ ਗੋਆ ਦੇ ਵਿੱਚ ਵੀ ਆਪਾਂ ਦੇਖੀਏ ਤੇ ਉਹਨੇ ਕਾਂਗਰਸ ਪਾਰਟੀ ਦਾ ਸਾਬਕਾ ਮੁੱਖ ਮੰਤਰੀ ਤੋੜ ਕੇ ਆਪਦੇ ਨਾਲ ਰਲਾ ਲਿਆ। ਲੋਕ ਕਹਿੰਦੇ ਕਿ ਇਹ ਮੁੱਖ ਮੰਤਰੀ ਵੀ ਪ੍ਰਸ਼ਾਂਤ ਕਿਸ਼ੋਰ ਨੇ ਨਾਲ ਰਲਾਇਆ ਉਹਨਾਂ ਨੇ। ਇਸੇ ਤਰੀਕੇ ਜੇ ਆਪਾਂ ਦੇਖੀਏ, ਕਮਲਾਪਤੀ ਤ੍ਰਿਪਾਠੀ ਯੂਪੀ ਦਾ ਕਦੇ ਬਹੁਤ ਵੱਡਾ ਲੀਡਰ ਹੁੰਦਾ ਸੀ, ਉਹ ਕਮਲਾਪਤੀ ਤ੍ਰਿਪਾਠੀ ਵੀ ਛੱਡ ਕੇ ਜਿਹੜੀ ਹੈਗੀ ਕਾਂਗਰਸ ਪਾਰਟੀ, ਕਮਲਾਪਤੀ ਤ੍ਰਿਪਾਠੀ ਦਾ ਪੋਤਰਾ ਇੱਕ ਤ੍ਰਿਪਾਠੀ, ਉਹ ਵੀ ਕਾਂਗਰਸ ਪਾਰਟੀ ਛੱਡ ਕੇ ਤੇ ਮਮਤਾ ਨਾਲ ਜਾ ਲੱਗਿਆ ਵਾ। ਇਹ ਸਾਰਾ ਕੁਝ ਉਹਦੇ ਵਾਸਤੇ ਕਰ ਰਿਹਾ, ਉਸ ਸਟ੍ਰੈਟਜੀ ਦੇ ਤਹਿਤ ਹੋ ਗਿਆ ਗੋਆ ਚ। ਗੋਆ ਦੇ ਵਿੱਚ ਸਵਾਲਾਂ ਜਵਾਬਾਂ ਦਾ ਇੱਕ ਸੈਸ਼ਨ ਹੁੰਦਾ ਹੈ। ਉਹ ਸੈਸ਼ਨ ਦੇ ਵਿੱਚ ਬੋਲਦਿਆਂ ਉਹ ਕਹਿੰਦਾ ਕਿ ਰਾਹੁਲ ਗਾਂਧੀ ਬਹੁਤ ਵੱਡੇ ਭੁਲੇਖੇ ਚ ਹੈ। ਉਹਨੂੰ ਇਉਂ ਲੱਗਦੀ ਹੈ ਕਿ ਲੋਕ ਇਹ ਤੋਂ ਅੱਕ ਕੇ ਨਰਿੰਦਰ ਮੋਦੀ ਤੋਂ BJP ਨੂੰ ਪਾਸੇ ਕਰ ਦੇਣਗੇ। ਉਹ ਕਹਿੰਦਾ ਕੁਝ ਨਹੀਂ ਹੋਣਾ, ਇਹ ਆਪਣਾ ਭੁਲੇਖਾ ਦੂਰ ਕਰ ਦੇਵੇ। ਨਰਿੰਦਰ ਮੋਦੀ ਰਹੇ ਜਾਂ ਨਾ ਰਹੇ, ਭਾਰਤੀ ਜਨਤਾ ਪਾਰਟੀ ਨੂੰ ਸੈਂਟਰ ਸਟੇਜ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ। ਉਹਦੀ ਇੱਕ ਗੱਲ ਨਾਲ ਤਾਂ ਮੈਂ ਸਹਿਮਤ ਹਾਂ। ਉਹ ਕਹਿੰਦਾ ਵੀ ਜਿਹੜਾ ਭਾਰਤੀ ਵੋਟਰ ਹੈ ਇਹ ਵੰਡਿਆ ਹੋਇਆ ਹੈ। ਇੱਥੇ 1/3 ਮੰਨ ਲਓ ਵੀ 33 ਜਾਂ 30% ਵੀ ਜਿਹਨੇ ਵੋਟਾਂ ਲੈ ਲਈਆਂ, ਉਹ ਛੇਤੀ ਕਿਤੇ ਭਾਰਤ ਦੀ ਸਿਆਸਤ ਦੇ ਵਿੱਚ ਉਹਦੇ ਪੈਰ ਉਖੜਦੇ ਨਹੀਂ। ਜਿਵੇਂ ਕਦੇ ਕਾਂਗਰਸ ਪਾਰਟੀ ਰਹੀ ਸੀ, 47 ਤੋਂ ਲੈ ਕੇ ਕਾਂਗਰਸ ਪਾਰਟੀ ਬਹੁਤ ਲੰਬਾ ਸਮਾਂ ਰਾਜ ਕਰਦੀ ਰਹੀ ਹੈ। ਜੇ ਰਾਜ ਨਹੀਂ ਕੀਤਾ ਤਾਂ ਉਹ ਪ੍ਰਮੁੱਖ ਆਪੋਜੀਸ਼ਨ ਦੀ ਪਾਰਟੀ ਰਹੀ। ਅੱਜ ਉਹ ਆਪੋਜੀਸ਼ਨ ਵੀ ਨਹੀਂ, ਏਦਾਂ ਆਪੋਜੀਸ਼ਨ ਦਾ ਰੁਤਬਾ ਵੀ ਉਹਦੇ ਕੋਲ ਹੈ ਨਹੀਂ। ਉਦੋਂ ਕਿਉਂਕਿ ਕਾਂਗਰਸ ਪਾਰਟੀ 30 ਤੋਂ ਲੈ ਕੇ 35% ਤੱਕ ਵੋਟਾਂ ਲੈ ਲੈਂਦੀ ਸੀ। ਹੁਣ ਵੀ ਜੇ ਆਪਾਂ ਦੇਖੀਏ, ਜਿਹੜੀ ਨਰਿੰਦਰ ਮੋਦੀ ਦੀ ਸਰਕਾਰ 2014 ਚ ਬਣਦੀ ਹੈ, 19 ਚ ਬਣਦੀ ਹੈ, ਇਹਦੇ ਕੋਲੇ ਟੋਟਲ ਵੋਟਾਂ ਦੀ 1/3 ਹੈ। ਤੀਜਾ ਹਿੱਸੇ ਦੀਆਂ ਵੋਟਾਂ ਦੇ ਨਾਲ ਇਹ ਬੰਦਾ ਰਾਜ ਕਰ ਰਿਹਾ, ਲੇਕਿਨ 2/3 ਵੋਟਾਂ ਜਿਹੜੀਆਂ ਹੈਗੀਆਂ ਉਹ ਇਹਦੇ ਖਿਲਾਫ ਭੁਗਤੀਆਂ। ਇਹਦੇ ਖਿਲਾਫ ਜ਼ਰੂਰ ਭੁਗਤੀਆਂ, ਪਰ ਉਹ ਕਿਸੇ ਇੱਕ ਪਾਰਟੀ ਦੇ ਹੱਕ ਚ ਨਹੀਂ ਭੁਗਤੀਆਂ। ਇਹ ਇਕੱਲੀ ਭਾਰਤੀ ਜਨਤਾ, ਉਹ ਸਿਰਫ 15 ਹੋ ਗਈ। 15 ਦੇ ਵਿੱਚੋਂ ਉਹ ਵੋਟ ਵੰਡੀ ਜਾਣੀ ਹੈ। ਜਦੋਂ ਵੋਟ ਵੰਡੀ ਜਾਣੀ ਹੈ ਤਾਂ ਉਹ ਕਹਿੰਦਾ ਰਾਜ ਭਾਵੇਂ ਨਾ ਰਵੇ ਭਾਰਤੀ ਜਨਤਾ ਪਾਰਟੀ ਦਾ, ਲੇਕਿਨ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਵਾਂਗੂ ਇੱਥੇ ਲੰਬਾ ਸਮਾਂ ਰਾਜ ਕਰੂਗੀ। ਔਰ ਇਹ ਉਹੀ ਪ੍ਰਸ਼ਾਂਤ ਕਿਸ਼ੋਰ ਹੈ, ਆਊਟਸੋਰਸਿੰਗ ਦੀ ਮੈਂ ਗੱਲ ਕਰਦਾ ਸੀ ਕਿ ਸਾਰੀਆਂ ਪਾਰਟੀਆਂ ਵਾਸਤੇ ਸਟ੍ਰੈਟਜੀ ਬਣਾਉਂਦਾ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਇਹ ਗੱਲ ਕਹੀ ਸੀ ਕਿ ਮੈਂ ਜੀ ਕਾਂਗਰਸ ਪਾਰਟੀ ਜੁਆਇਨ ਕਰ ਸਕਦਾ। ਉਹਨੇ ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਦੇ ਨਾਲ ਬੜੀਆਂ ਲੰਬੀਆਂ ਮੁਲਾਕਾਤਾਂ ਕੀਤੀਆਂ, ਮੀਟਿੰਗਾਂ ਕੀਤੀਆਂ। ਇੱਕ ਤਾਂ ਸਮਾਂ ਇਹ ਆ ਗਿਆ ਸੀ ਜਦੋਂ ਕਾਂਗਰਸ ਪਾਰਟੀ ਇਹ ਸੋਚਣ ਲੱਗੀ ਸੀ ਕਿ ਉਹਨੂੰ ਅਹਿਮਦ ਪਟੇਲ ਵਾਲਾ ਰੁਤਬਾ ਦੇ ਦਿੱਤਾ ਜਾਵੇ, ਉਹ ਕਾਂਗਰਸ ਪ੍ਰਧਾਨ ਦਾ ਸਲਾਹਕਾਰ ਬਣ ਜੇ ਤੇ ਸਾਰੀ ਕਾਂਗਰਸ ਪਾਰਟੀ ਨੂੰ ਉਹੀ ਚਲਾਵੇ। ਫਿਰ ਇਹ ਕਹਿੰਦਾ ਸੀ ਕਿ ਕਾਂਗਰਸ ਪਾਰਟੀ ਦੀ ਮੁੜ ਉਸਾਰੀ ਕੀਤੀ ਜਾਵੇ, ਇਹਦੇ ਵਾਸਤੇ ਉਸ ਬੰਦੇ ਨੂੰ ਕਿਸ ਦਾ ਠੇਕਾ ਹੀ ਦੇ ਦਿੱਤਾ ਜਾਵੇ ਆਊਟਸੋਰਸਿੰਗ।
ਪਰ ਜੋ ਗੱਲ ਮੈਂ ਪਹਿਲਾਂ ਕਹੀ ਹੈ, ਜਿਹੜੇ ਗਰੁੱਪ 23 ਵਾਲੇ ਲੋਕ ਸੀ, ਸੀਨੀਅਰ ਬੰਦੇ ਸੀ, ਉਹ ਪਿੱਟ ਖੜੋਤੇ ਵੀ ਕਾਂਗਰਸ ਪਾਰਟੀ ਇੰਨੀ ਪੁਰਾਣੀ ਪਾਰਟੀ 1885 ਦੀ ਬਣੀ, ਅੱਜ ਦੀ ਹਾਲਤ ਇਹ ਹੋ ਗਈ ਕਿ ਅਸੀਂ ਇਹਨੂੰ ਠੇਕੇ ਤੇ ਦੇਣ ਲੱਗੇ ਪਏ, ਆਊਟਸੋਰਸ ਕਰਨ ਲੱਗੇ ਪਏ। ਇਹ ਗੱਲ ਨਹੀਂ ਚਾਹੀਦੀ। ਉਹਨਾਂ ਦੀਆਂ ਗੱਲਾਂ ਦੋਨੋਂ ਹੀ ਹੈ। ਇੱਕ ਪਾਸੇ ਤਾਂ ਉਹ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਤੋਂ ਦੁਖੀ ਹੈ ਕਿ ਮੇਰੀ ਐਂਟਰੀ ਜਿਹੜੀ ਹੁੰਦੀ ਰਹੇਗੀ, ਕਿਉਂਕਿ ਜਿਹੜਾ ਬੰਦਾ ਇਹ ਸੋਚਦਾ ਹੈ ਕਿ ਮੈਂ ਪ੍ਰਧਾਨ ਮੰਤਰੀ ਬਣਾਤਾ ਨਰਿੰਦਰ ਮੋਦੀ ਨੂੰ, ਮੈਂ ਮੁੱਖ ਮੰਤਰੀ ਬਣਾਤਾ ਜਗਨ ਮੋਹਨ ਰੈਡੀ ਨੂੰ, M.K. ਸਟਾਲਿਨ ਨੂੰ ਮੁੱਖ ਮੰਤਰੀ ਬਣ ਗਿਆ, ਮਮਤਾ ਬੈਨਰਜੀ ਤੀਜੀ ਵਾਰੀ ਜਿੱਤ ਗਈ ਔਰ ਇਹਦੇ ਚ ਮੇਰੀ ਭੂਮਿਕਾ ਹੈ, ਤੇ ਫਿਰ ਜੀਤਾ ਉਹਦਾ ਵੀ ਕਰਦਾ ਵੀ ਮੈਂ ਵੀ ਭਾਰਤ ਦਾ ਪ੍ਰਧਾਨ ਮੰਤਰੀ ਬਣਾ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਬਾਕੀ ਪਾਰਟੀਆਂ ਕਾਬਲੀਅਤ ਖਤਮ ਹੋ ਗਈ, ਰਹਿ ਗਈ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ। ਬਾਕੀ ਰੀਜਨਲ ਪਾਰਟੀਆਂ ਵਾਲੇ ਪਾਸੇ ਵੀ ਤੁਸੀਂ ਦੇਖੋ, ਪਿਛਲੇ ਦਿਨਾਂ ਦੇ ਵਿੱਚ ਉਹਨੇ ਮਮਤਾ ਬੈਨਰਜੀ ਤੋਂ ਲੈ ਕੇ ਸ਼ਰਦ ਪਵਾਰ ਹੋਰਾਂ ਨਾਲ ਮੀਟਿੰਗਾਂ ਕੀਤੀਆਂ ਕਿ ਆਓ ਜੀ ਆਪਾਂ ਕੁਛ ਨਾ ਕੁਛ ਕਰੀਏ। ਉੱਥੇ ਉਹਦੀ ਕੋਈ ਗੱਲ ਜੀ ਨਾ ਬਣੀ ਤੇ ਫਿਰ ਉਹ ਆ ਗਿਆ ਇਸ ਪਾਸੇ ਵੀ ਆ ਕਾਂਗਰਸ ਪਾਰਟੀ ਆ ਖਾਲੀ ਪਿਆ ਥਾਂ ਇਹ ਲੈ ਲਈ। ਇੱਥੇ ਕਾਂਗਰਸ ਪਾਰਟੀ ਦੇ ਕੁਝ ਜਿਹੜੇ ਪੁਰਾਣੇ ਲੀਡਰ ਸੀ ਉਹਨਾਂ ਨੇ ਦਾ ਵਿਰੋਧ ਕੀਤਾ। ਹੁਣ ਗੱਲਾਂ ਦੋਨੋਂ ਹੀ ਹੈ। ਇੱਕ ਗੱਲ ਤਾਂ ਇਹ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਮੈਂ ਕੱਲ ਵੀ ਜ਼ਿਕਰ ਜਿਵੇਂ ਕੀਤਾ ਸੀ ਕਿ ਕਾਂਗਰਸ ਪਾਰਟੀ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਫੈਸਲੇ ਲੈ ਲੈਂਦੀ ਹੈ, ਫੈਸਲੇ ਲੈ ਕੇ ਇੱਕ ਲੀਡਰ ਨੂੰ ਖੇਡ ਦਿੰਦੀ ਹੈ, ਪਰ ਇੱਕ ਨੂੰ ਖੇਡਣ ਤੋਂ ਬਾਅਦ ਸੰਭਾਲਣਾ ਕਿਵੇਂ ਆ ਉਹਨਾਂ ਤੋਂ ਸੰਭਲਦਾ ਨਹੀਂ। ਅੱਜ ਤੁਸੀਂ ਕਾਂਗਰਸ ਪਾਰਟੀ ਦੀ ਹਾਲਤ ਦੇਖੋ ਕੀ ਹੈ। ਪੰਜਾਬ ਦੇ ਵਿੱਚ ਅਮਰਿੰਦਰ ਸਿੰਘ ਨੂੰ ਲਾਤਾ। ਅਮਰਿੰਦਰ ਸਿੰਘ ਨੂੰ ਲਾਉਣ ਤੋਂ ਪਹਿਲਾਂ ਜਿਹੜੀ ਯੋਜਨਾਬੰਦੀ ਕਰਨੀ ਚਾਹੀਦੀ ਸੀ ਕਿ ਬਣਾਉਣਾ ਕਿਹਨੂੰ ਹੈ, ਜੇ ਉਹਨੂੰ ਬਣਾਉਣਾ ਹੈ ਤੇ ਉਹਨੂੰ ਮਜ਼ਬੂਤ ਕਿਵੇਂ ਕਰਨਾ ਹੈ, ਬਾਕੀ ਸਾਰੇ ਬੰਦੇ ਉਹਦੇ ਨਾਲ ਲੱਗਣ। ਹੁਣ ਇਸ ਵੇਲੇ ਮੈਨੂੰ ਬੜੀ ਵਧੀਆ ਗੱਲ ਲੱਗੀ, ਕੱਲ ਸੁਨੀਲ ਜਾਖੜ ਨੇ ਇੱਕ ਟਵੀਟ ਕੀਤਾ ਹੈ, ਉਹ ਕਹਿੰਦਾ ਦੇਖੋ ਸਾਡੀ ਕੀ ਹਾਲਤ ਹੋ ਗਈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਪੰਜਾਬ ਨੂੰ ਆ ਰਿਹਾ ਹੈ ਆਪਦੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ 2017 ਦੀ ਚੋਣ ਲੜਨ ਵਾਸਤੇ, ਤੇ ਸਾਡਾ ਮੁੱਖ ਮੰਤਰੀ ਦਿੱਲੀ ਜਾ ਰਿਹਾ ਹੈ। ਮੁੱਖ ਮੰਤਰੀ ਨੂੰ ਬਣੇ ਨੂੰ ਵਿਚਾਰੇ ਨੂੰ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਪਤਾ ਹੀ ਹੈ, ਥੋੜਾ ਸਮਾਂ ਹੋਇਆ। ਥੋੜੇ ਸਮੇਂ ਦੇ ਵਿੱਚੋਂ ਇੱਕ ਤਾਂ ਉਹਦੀ ਲੱਤ ਹੁੰਦੀ ਹੈ ਜੀ ਚੰਡੀਗੜ੍ਹ 'ਚ, ਦੂਜਾ ਉਹਨੂੰ ਆਪਦਾ ਘਰੇ ਜਾਣਾ ਪੈਂਦਾ ਹੈ, ਤੀਜੀ ਕਿਤੇ ਨਾ ਕਿਤੇ ਕੋਈ ਮੁਸੀਬਤ ਬਣ ਜਾਂਦੀ ਹੈ, ਜਿਵੇਂ ਆ ਤੁਹਾਡਾ ਗੁਲਾਬੀ ਸੁੰਡੀ ਹੋ ਗਈ, ਨਰਮੇ ਨੂੰ ਮੀਂਹ ਪੈ ਗਿਆ, ਇਹਦੇ ਬਾਰੇ ਵੀ ਸੋਚ ਵਿਚਾਰ ਕਰਨੀ ਪੈਂਦੀ ਹੈ। ਫਿਰ ਉਹਨੂੰ ਚੋਣਾਂ ਦੀ ਤਿਆਰੀ ਦੇ ਵਿੱਚ ਕਿਤੇ ਕੋਈ ਜਲਸਾ ਕਰਨਾ ਪੈਂਦਾ ਹੈ। ਉਧਰੋਂ ਦਿੱਲੀ ਤੋਂ ਹੁਕਮ ਆ ਜਾਂਦਾ ਵੀ ਚੱਲ ਦਿੱਲੀ ਨੂੰ, ਫਿਰ ਉਹ ਭਾਈ ਦਾ ਵਿਚਾਰਾ ਦਿੱਲੀ ਨਾ ਉਹ ਤੋਂ ਸੁੱਤਾ ਜਾਂਦਾ ਹੈ ਨਾ ਉਹ ਤੋਂ ਕੰਮ ਹੁੰਦਾ ਹੈ, ਉਹ ਦਿੱਲੀ ਤੇ ਚੰਡੀਗੜ੍ਹ ਦੇ ਦਰਮਿਆਨ ਹੀ ਤੁਰਿਆ ਫਿਰਦਾ ਹੈ। ਉੱਥੋਂ ਰਾਹੁਲ ਗਾਂਧੀ ਕਹਿੰਦਾ ਵੀ ਆ ਜਾ ਹੁਣ, ਕਿਉਂਕਿ ਜਦੋਂ ਪਤਾ ਲੱਗਦਾ ਕਿ ਥੋੜਾ ਜਿਹਾ ਜੀ ਫੇਰ ਤਿੱਖਾ ਹੋ ਗਿਆ ਨਵਜੋਤ ਸਿੱਧੂ, ਉਹ ਕਹਿੰਦਾ ਜੀ ਬੇਅਦਬੀ ਦੇ ਮਾਮਲੇ ਕਿੱਥੇ ਗਏ, ਕਿੱਥੇ ਡਰੱਗ ਦਾ ਮਾਮਲਾ ਗਿਆ, ਕਿਉਂਕਿ ਪਲੈਨਿੰਗ ਕੋਈ ਹੈ ਨਹੀਂ, ਸੋਚ ਕੋਈ ਹੈ ਨਹੀਂ ਗੀ। ਕਦੇ ਉਹਨੂੰ ਬੁਲਾ ਲਿਆ, ਪਹਿਲਾਂ ਸੁੱਖੀ ਰੰਧਾਵੇ ਨੂੰ ਬੁਲਾ ਲਿਆ, ਫਿਰ ਅਮਰਿੰਦਰ ਦਾ ਪਤਾ ਲੱਗ ਗਿਆ ਜੀ ਅਮਰਿੰਦਰ ਪ੍ਰੈਸ ਕਾਨਫਰੰਸ ਕਰ ਰਹੇ, ਜਿਹੜੇ 4 ਵਜ਼ੀਰ ਕਢਵਾਏ ਸੀ ਆਪ ਕਢਵਾਏ ਸੀ, ਉਹਨਾਂ 4 ਵਜ਼ੀਰਾਂ ਨੂੰ ਫਿਰ ਇਕੱਲੇ ਨੂੰ ਬੁਲਾ ਲਿਆ ਵੀ ਆ ਜਾਓ ਜੀ ਤੁਸੀਂ ਕਾਂਗਰਸ ਪਾਰਟੀ ਨਾ ਛੱਡੋ। ਹੁਣ ਨਵੀਂ ਗੱਲ ਦਾ ਮੈਨੂੰ ਪਤਾ ਲੱਗਿਆ ਕਿ ਘਬਰਾਹਟ ਕਿੱਥੋਂ ਤੱਕ ਹੋ ਗਈ। ਇੱਕ ਨਵੀਂ ਗੱਲ ਦਾ ਇਹ ਪਤਾ ਲੱਗਿਆ ਕਿ ਸੋਨੀਆ ਗਾਂਧੀ ਨੇ ਕਹਿਤਾ ਤੇ ਤੁਸੀਂ ਤਾਂ ਖੇਡ ਹੀ ਖਿਲਾਰਤੀ ਸਾਰੀ। ਸੋਨੀਆ ਗਾਂਧੀ ਇਸ ਵੇਲੇ ਕੈਪਟਨ ਅਮਰਿੰਦਰ ਦੇ ਨਾਲ ਸੰਪਰਕ 'ਚ ਹੈ ਪੂਰੀ, ਔਰ ਉਹ ਕਹਿੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੁਰਾਣੇ ਪੁਰਾਣੇ ਪਰਿਵਾਰਕ ਸੰਬੰਧਾਂ ਨੂੰ ਜਾਣ ਨਾ ਦਿੱਤਾ ਜਾਵੇ, ਇਹਨੂੰ ਰੋਕ ਲਿਆ ਜਾਵੇ, ਇਹਨੂੰ ਕੋਈ ਹੋਰ ਪੋਜੀਸ਼ਨ ਦੇ ਦਿੱਤੀ ਜਾਵੇ। ਜਿਸ ਪਾਰਟੀ ਦੀ ਹਾਲਤ ਇਹ ਹੋਵੇ, ਜਿਸ ਪਾਰਟੀ ਦੀ ਲੀਡਰਸ਼ਿਪ ਇਹੋ ਜਿਹੀ ਹੋਵੇ ਤਾਂ ਕੁਦਰਤੀ ਤੌਰ ਦੇ ਉੱਤੇ ਫਿਰ ਜਿਹੜੇ ਹੈਗੇ ਇਸ ਕਿਸਮ ਦੇ ਆਉਂਦੇ ਆ। ਹੁਣ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਿਹੜੀ ਇਸ ਵੇਲੇ ਦੀ ਲੀਡਰਸ਼ਿਪ ਹੈ ਇਹ ਸਮਰੱਥ ਲੀਡਰਸ਼ਿਪ ਹੈ ਨਹੀਂ, ਇਕੱਲੀ ਕਾਂਗਰਸ ਪਾਰਟੀ ਦੀ ਨਹੀਂ, ਜਿਹੜੀਆਂ ਪਰਿਵਾਰਕ ਪਾਰਟੀਆਂ ਉਹਨਾਂ ਦੀ ਦੇਖ ਲਓ। ਪ੍ਰਕਾਸ਼ ਸਿੰਘ ਬਾਦਲ ਕਦੇ ਬੜਾ ਮਕਬੂਲ ਹੁੰਦਾ ਸੀ, ਉਹ ਬੋਲਦਾ ਹੁੰਦਾ ਸੀ, ਲੋਕ ਦੇਖਦੇ ਹੁੰਦੇ ਸੀ, ਭਾਵੇਂ ਉਹ ਗਲਤ ਬੋਲਦਾ ਵੀ ਪ੍ਰਕਾਸ਼ ਸਿੰਘ ਬਾਦਲ ਕੀ ਬੋਲਦਾ ਹੈ। ਹੁਣ ਸੁਖਬੀਰ ਸਿੰਘ ਬਾਦਲ ਬੋਲਦਾ ਤੇ ਲੋਕ ਹੱਸਦੇ ਹੈ। ਜਦੋਂ ਇਸ ਕਿਸਮ ਦੀ ਹਾਲਤ ਬਣਦੀ ਚੰਨੀ ਸਾਹਿਬ, ਉਦੋਂ ਕ੍ਰਿਟੀਸਾਈਜ਼ ਵੀ ਕਰਦੇ ਹੈ। ਜਿਹੜੇ ਸਟ੍ਰੈਟਜਿਸਟ ਹੁੰਦੇ ਆ, ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਆਊਟਸੋਰਸਿੰਗ ਵਾਲੇ ਕਿ ਅਸੀਂ ਕਿਉਂ ਨਾ ਕਾਂਗਰਸ ਪਾਰਟੀ ਦੇ ਮਾਲਕ ਬਣੀਏ। ਇੱਛਾ ਪ੍ਰਸ਼ਾਂਤ ਕਿਸ਼ੋਰ ਦੀ ਵੀ ਸੀ ਕਿ ਮੈਂ ਪ੍ਰਧਾਨ ਮੰਤਰੀ ਬਣ ਜਾ, ਕਿਉਂਕਿ ਉਹਨੇ ਇੱਕ ਵਾਰੀ ਇਹ ਵੀ ਕਹਿ ਦਿੱਤਾ ਸੀ ਕਿ ਕਾਂਗਰਸ ਪਾਰਟੀ ਨੂੰ ਸਾਰੀ ਨੂੰ ਇਕੱਠਿਆਂ ਕੀਤੀ ਜਾਵੇ, ਔਰ ਉਹਦੇ ਆਧਾਰ ਦੇ ਉੱਤੇ ਇੱਕ ਅਖਬਾਰ ਦੇ ਵਿੱਚ ਉਹਨੇ ਕਿਸੇ ਤੋਂ ਆਰਟੀਕਲ ਵੀ ਛਪਵਾਇਆ ਸੀ ਕਿ ਨਹਿਰੂ ਗਾਂਧੀ ਖਾਨਦਾਨ ਨੂੰ ਪਾਸੇ ਕਰਕੇ ਸ਼ਰਦ ਪਵਾਰ ਔਰ ਜਗਨ ਮੋਹਨ ਰੈਡੀ, ਤੁਹਾਡਾ ਜਿਹੜਾ ਹੈਗਾ ਮਮਤਾ ਬੈਨਰਜੀ, ਜਿਹੜੇ ਪੁਰਾਣੇ ਕਾਂਗਰਸੀ ਇਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆ ਕੀਤਾ ਜਾਵੇ। ਤੇ ਜੇ ਉਮਰ ਦੇ ਲਿਹਾਜ਼ ਨਾਲ ਦੇਖੀਏ, ਉਹ ਇਹਦਾ ਸਾਰਿਆਂ ਤੋਂ ਕਾਇਮ ਕਮਾਵਾ ਉਮਰ ਦੇ ਲਿਹਾਜ਼ ਦੇ ਵਿੱਚ ਵੀ ਉਹਨੂੰ ਇਹ ਕਿ ਮੈਂ ਸਟ੍ਰੈਟਜਿਸਟ ਆ, ਮੈਂ ਇੰਨਾ ਕੁਛ ਬਣਾ ਦਿੱਤਾ, ਤੇ ਕਦੇ ਮੇਰੀ ਵਾਰੀ ਵੀ ਆ ਸਕਦੀ ਹੈ। ਸੋ ਉਹ ਜਿਹੜੇ ਬਾਗਾਂ ਦੇ ਗੱਲ ਪਟਵਾਰੀ ਤੁਸੀਂ ਸੁਣਿਆ ਹੋਣਾ, ਆਪਣੇ ਮੁਹਾਵਰਾ ਚੱਲਦਾ ਹੁੰਦਾ ਹੈ। ਇਸ ਵੇਲੇ ਦੀ ਭਾਰਤ ਦੀ ਸਿਆਸਤ ਹੈਗੀ, ਉਹਦੀ ਇਹ ਹਾਲਤ ਬਣੀ ਵੀ ਹੈ। ਕਾਂਗਰਸ ਪਾਰਟੀ ਦਾ ਹਾਲ ਬੁਰਾ ਹੈ, ਇਹਨਾਂ ਤੋਂ ਆਪਣਾ ਆਪ ਸੰਭਾਲਿਆ ਨਹੀਂ ਜਾਂਦਾ, ਤਾਂ ਉਦੋਂ ਫਿਰ ਇਸ ਕਿਸਮ ਦੇ ਜਿਹੜੇ ਹੈਗੀਆਂ ਟਿੱਪਣੀਆਂ ਵੀ ਆਉਂਦੀਆਂ, ਸਾਰਾ ਕੁਛ ਆਉਂਦੀਆਂ। 5 ਰਾਜਾਂ ਦੀਆਂ ਚੋਣਾਂ ਆਈਆਂ ਅੱਗੇ, ਉਹਨਾਂ ਚੋਣਾਂ ਦੇ ਵਿੱਚੋਂ ਕੀ ਨਿਕਲਦਾ ਹੈ। ਇਹ ਵੀ ਇੱਕ ਵਾਰੀ ਮੈਂ ਉਹਦਾ ਕਿਤੇ ਬਿਆਨ ਪੜਿਆ ਸੀ, ਉਹਨੇ ਕਿਹਾ ਸੀ ਕਿ
ਕਿਸੇ ਨੇ ਪੁੱਛਿਆ ਸੀ ਕਿ ਤੂੰ ਕਾਂਗਰਸ ਪਾਰਟੀ ਦੀ ਸਥਿਤੀ ਸੰਭਾਲਦਾ ਹੈ, ਜੀ ਤੇ ਉਹਨੇ ਕਿਹਾ ਸੀ ਕਿ ਜੇ ਮਕਾਨ ਤਿਲਕਿਆ ਹੋਵੇ, ਮਕਾਨ ਖੰਡਰ ਬਣਦਾ ਹੋਵੇ, ਉੱਤੋਂ ਪੈਣ ਲੱਗ ਜੇ ਮੀਂਹ ਪੈਂਦੇ ਚ ਕਦੇ ਮੁਰੰਮਤ ਨਹੀਂ ਹੋ ਸਕਦੀ ਹੁੰਦੀ, ਜਦੋਂ ਮੀਂਹ ਚਲਾ ਜਾਂਦਾ ਤੇ ਫੇਰ ਆਪਾਂ ਉਹਦੀ ਮੁਰੰਮਤ ਕਰਾਂਗੇ। ਜੀ। ਉਹ ਕਹਿੰਦਾ 5 ਰਾਜਾਂ ਦੀਆਂ ਚੋਣਾਂ ਹੋ ਲੈਣ ਦਿਓ, ਇਹਨਾਂ ਦੇ ਵਿੱਚ ਪਤਾ ਲੱਗੂ ਕਿ ਹੀਜ ਪਿਆਜ ਕਿੰਨਾ ਕੁ ਹੈ, ਉਸ ਤੋਂ ਬਾਅਦ ਫਿਰ ਮੈਂ ਕਾਂਗਰਸ ਪਾਰਟੀ ਦੀ ਮੁਰੰਮਤ ਕਰਨ ਦਾ ਕੰਮ ਸੰਭਾਲੂੰਗਾ। ਸ਼ਾਇਦ ਉਦੋਂ ਤੱਕ ਫਿਰ ਆਊਟਸੋਰਸ ਕਰ ਦਿੱਤਾ ਜਾਵੇ ਕਾਂਗਰਸ ਪਾਰਟੀ ਨੂੰ। ਇਹ ਹਾਲਤ ਹੈ।